ਜਿਹੜਾ ਸ਼੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਤਿਆਰ ਕੀਤਾ ਗਿਆ ਸੀ। ਬਹੁਤ ਵੀਡੀਓ ਵਾਇਰਲ ਹੋਈ। ਸਭ ਤੋਂ ਪਹਿਲਾਂ ਪੁੱਛਦੇ ਹਾਂ ਕਿ ਜੀਕੇ ਸਾਹਿਬ ਨੂੰ, ਕਿਉਂਕਿ ਸਿੱਧਾ ਇਹਨਾਂ ਵੱਲੋਂ ਜਿਹੜਾ ਆਰੋਪ ਲਗਾਇਆ ਗਿਆ ਹੈ ਕਿ ਸਿਰਸਾ ਸਾਹਿਬ ਨੂੰ ਇਹਦੀ ਜਾਣਕਾਰੀ ਹੈਗੀ ਸੀ ਪਹਿਲਾਂ। ਸਿਰਸਾ ਸਾਹਿਬ ਜਿੱਦਾਂ ਇਹ ਸੜਕ ਹੈ, ਸੜਕ ਤੇ ਪਾਰ ਸਿਰਸਾ ਸਾਹਿਬ ਦਾ ਘਰ ਹੈ ਤੇ ਇਹ ਮਾਡਲ ਲੱਗ ਰਿਹਾ। ਉਹਨਾਂ ਦੇ ਘਰ ਦੇ ਸਾਹਮਣੇ ਲੱਗਦਾ ਪਿਆ ਪਾਰਕ ਦੇ ਵਿੱਚ, ਉਹਨਾਂ ਨੂੰ ਨਹੀਂ ਪਤਾ। ਕਾਰਪੋਰੇਟਰ ਰਹੇ ਨੇ ਔਰ ਉਹਨਾਂ ਦੇ ਇਲਾਕੇ 'ਚ ਲੱਗਦਾ ਪਿਆ, ਉਹਨਾਂ ਨੂੰ ਨਹੀਂ ਪਤਾ ਲੱਗਾ। ਇਸੇ ਤਰੀਕੇ ਹਰਮੀਤ ਸਿੰਘ ਜਿਹੜੇ ਜਨਰਲ ਸਕੱਤਰ ਨੇ, ਉਹਨਾਂ ਦੀ ਵਾਈਫ ਕਮਿਊਨਿਟੀਜ਼ ਦੀ ਵਾਈਸ ਚੇਅਰਮੈਨ ਹੈ, ਜਿਹਦੇ ਅੰਡਰ ਇਹ ਸਾਰਾ ਕੁਝ ਹੋਇਆ। ਮੈਂ ਸਮਝਦਾ ਉਹਨਾਂ ਨੂੰ ਇੱਕ ਆਦਤ ਹੈ ਕਿ ਆਪਣੀ ਗੱਲ ਤੋਂ ਮੁੱਕਰਨ ਦੀ, ਆਪਣੀ ਜ਼ਿੰਮੇਵਾਰੀ ਦੂਜੇ ਤੇ ਪਾਉਣ ਦੀ। ਮੈਂ ਉਸ ਗੱਲ ਤੇ ਨਹੀਂ ਜਾਂਦਾ ਕਿ ਤੁਸੀਂ ਦਿੱਲੀ ਦੇ ਪ੍ਰਧਾਨ ਹੋ, ਹੁਣ ਜ਼ਿੰਮੇਵਾਰੀ ਤੁਹਾਡੀ ਹੈ। ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਅੱਜ ਤੁਹਾਡੇ ਸਾਹਮਣੇ ਆਂਦੀ ਹੈ ਤੇ ਤੁਸੀਂ ਉਸ ਦਿਨ ਆ ਜਾਂਦੇ ਹੋ ਕਿ ਮੈਂ ਹੁਣ ਤੋੜ ਦਿਆਂਗਾ, ਫੋੜ ਦਿਆਂਗਾ। ਉਸ ਦਿਨ ਕਿਉਂ ਨਹੀਂ ਨੀਂਹ ਪੱਥਰ ਪੱਟਿਆ ਤੁਸੀਂ? ਸਿਰਸਾ ਸਾਹਿਬ ਔਰ ਸਰਨਾ ਸਾਹਿਬ ਇੱਕੋ ਲਾਈਨ 'ਚ ਰਹਿੰਦੇ ਨੇ, ਸਾਹਮਣੇ ਲੱਗਦਾ ਪਿਆ। ਸਰਨਾ ਸਾਹਿਬ ਕਿਉਂ ਨਹੀਂ ਬੋਲੇ? ਸਰਨਾ ਸਾਹਿਬ ਦਾ ਜਵਾਬ ਉਹਨਾਂ ਤੋਂ ਲਓ। ਸਿਰਸਾ ਸਾਹਿਬ ਤੇ ਮਾਲਕ ਸੀਗੇ ਕਾਰਪੋਰੇਸ਼ਨ ਦੇ, ਇਹਨਾਂ ਦੀ ਤਾਂ ਨੱਕ ਥੱਲੇ ਹੋ ਰਿਹਾ ਸਾਰਾ ਕੁਝ। ਤੁਸੀਂ 2.5 ਸਾਲ ਤੋਂ ਸੀਗੇ, ਇਹ ਤਾਂ ਕੰਸਟਰਕਸ਼ਨ ਹੁਣ ਹੋਈ ਨਾ ਤੁਹਾਡੇ ਵੇਲੇ। ਤੁਸੀਂ ਉਸ ਵੇਲੇ ਸੜਕ ਉਹਨਾਂ ਨੂੰ ਨਾ ਪੱਟਣ ਦਿੰਦੇ, ਤੁਸੀਂ ਕੇਬਲਾਂ ਨਾ ਪਾਣ ਦਿੰਦੇ, ਤੁਸੀਂ ਪੱਥਰ ਨਾ ਲੱਗਣ ਦਿੰਦੇ, ਆਪਣੀਆਂ ਅਣਗਹਿਲੀਆਂ ਨੂੰ ਛੁਪਾ ਰਹੇ ਨੇ। ਹੁਣ ਮੈਨੂੰ ਤੁਸੀਂ ਇਹ ਸਵਾਲ ਕੀਤਾ ਕਿ ਸਿਰਸਾ ਸਾਹਿਬ ਕਹਿੰਦੇ ਕਿ ਸਿਰਫ ਮੈਨੂੰ ਟਾਰਗੇਟ ਕਰਦੇ ਨੇ। ਮੈਨੂੰ ਦੱਸੋ, ਲੱਖੀ ਸ਼ਾਹ ਬੰਜਾਰਾ ਦੀਵਾਨ ਅਸਥਾਨ ਜਿਹੜਾ ਹੈਗਾ, ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿੱਥੇ ਤੁਹਾਡਾ ਸੰਸਕਾਰ ਹੋਇਆ ਸੀ ਉੱਥੇ ਹੈ। ਉੱਥੇ ਲੱਚਰ ਗਾਣੇ ਗਾਏ ਜਾਣ। ਪ੍ਰਧਾਨ ਹੁਣ ਸਿਰਸਾ ਸਾਹਿਬ, ਮੈਂ ਕੀ ਕਹਾਂ? ਚਾਵਲਾ ਸਾਹਿਬ ਤੁਸੀਂ ਜਵਾਬ ਦਿਓ। ਤੁਸੀਂ ਕਹਿੰਦੇ ਹੋ 2 ਕਰੋੜ ਅਮਿਤਾਭ ਬੱਚਨ ਤੋਂ ਲਿਆ, 2 ਕਰੋੜ ਤੁਸੀਂ ਕਿਉਂ ਲਿਆ? ਤੁਸੀਂ ਕਿਹਾ ਮੇਰੀ ਇੱਕ ਵਾਰੀ ਗੱਲ ਹੋਈ ਸੀ, ਮੈਂ ਤੁਹਾਡਾ ਟਵੀਟ ਕਰਦਾ ਕਿ ਰੋਜ਼ ਮੇਰੀ ਉਹਦੇ ਨਾਲ ਗੱਲ ਹੋ ਰਹੀ ਹੈ। ਤੁਸੀਂ ਝੂਠ ਤੇ ਝੂਠ ਬੋਲੀ ਜਾਂਦੇ ਹੋ। ਅਸੀਂ 12 ਕਰੋੜ ਹੋਰ ਅਮਿਤਾਭ ਬੱਚਨ ਦਾ ਕੱਢ ਲਿਆ, ਜਿਹੜਾ ਅਮਿਤਾਭ ਬੱਚਨ ਖੁਦ ਕਹਿੰਦਾ। ਤੁਸੀਂ ਇਹ 2 ਕਰੋੜ ਦੀ ਗੱਲ ਕੀ ਕਰਦੇ ਹੋ? 12 ਜਾਂ 14 ਕਰੋੜ ਰੁਪਇਆ ਤੇ ਮੈਂ ਬੰਗਲਾ ਸਾਹਿਬ ਜਿਹੜਾ ਲੱਗਿਆ ਸੈਂਟਰ, ਜਿਹਦੇ 'ਚ MRI ਦਾ ਤੇ ਉਹ ਲੱਗੀ ਹੈ ਮਸ਼ੀਨਾਂ ਦੂਜੀਆਂ ਸਿਟੀ ਸਕੈਨ, ਉਹ ਸਾਰਾ ਡਾਇਗਨੋਸਟਿਕ ਸੈਂਟਰ ਮੈਂ ਫਾਈਨਾਂਸ ਕੀਤਾ ਔਰ ਅੱਜ ਤੋਂ 8 ਮਹੀਨੇ ਪਹਿਲੇ ਫਾਈਨਾਂਸ ਕੀਤਾ। ਤੁਸੀਂ ਸੰਗਤਾਂ ਨੂੰ ਦੱਸਦੇ ਨਹੀਂ। ਦੇਸ਼ਾਂ ਵਿਦੇਸ਼ਾਂ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁੜੇ ਹੋਏ ਨੇ ਸਾਡੇ ਨਾਲ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਰੁਦਰਪੁਰ ਪਹੁੰਚੇ ਨੇ। ਤਾਜ਼ਾ ਇਸ਼ੂ ਜਿਹੜਾ ਬਹੁਤ ਹੀ ਜ਼ਿਆਦਾ ਪੱਕਿਆ ਹੋਇਆ ਦਿੱਲੀ ਦੇ ਵਿੱਚ, ਉਹਦੇ ਤੋਂ ਰਿਲੇਟਡ ਆਪਾਂ ਕੋਈ ਸਵਾਲ ਪੁੱਛਦੇ ਹਾਂ। ਜਿਹੜਾ ਸ਼੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਤਿਆਰ ਕੀਤਾ ਗਿਆ ਸੀ, ਬਹੁਤ ਵੀਡੀਓ ਵਾਇਰਲ ਹੋਈ ਤੇ ਹੁਣ ਜਿਹੜਾ ਉਹਨੂੰ ਡਿਮੋਲਿਸ਼ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਪੁੱਛਦੇ ਹਾਂ ਕਿ ਜੀਕੇ ਸਾਹਿਬ ਨੂੰ, ਕਿਉਂਕਿ ਸਿੱਧਾ ਇਹਨਾਂ ਵੱਲੋਂ ਜਿਹੜਾ ਆਰੋਪ ਲਗਾਇਆ ਗਿਆ ਹੈ ਕਿ ਸਿਰਸਾ ਸਾਹਿਬ ਨੂੰ ਇਹਦੀ ਜਾਣਕਾਰੀ ਹੈਗੀ ਸੀ ਪਹਿਲਾਂ। ਹਾਲਾਂਕਿ ਅਸੀਂ ਸਿਰਸਾ ਸਾਹਿਬ ਨਾਲ ਹੁਣੇ ਰੂਬਰੂ ਹੋਏ ਸੀ, ਤੁਸੀਂ ਸਾਰੀ ਗੱਲਾਂ ਉਹਨਾਂ ਦੀ ਸੁਣੀਆਂ ਨੇ। ਜੀਕੇ ਸਾਹਿਬ ਦਾ ਪ੍ਰਤੀਕਰਮ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਪ੍ਰਤੀਕਰਮ ਕੀ ਹੈਗਾ ਜੋ ਸ਼੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਪਹਿਲਾਂ ਤਿਆਰ ਕੀਤਾ ਗਿਆ? ਭਾਵੇਂ ਤੁਸੀਂ ਵੀ ਦਿੱਲੀ 'ਚ ਹੀ ਰਹਿੰਦੇ ਹੋ ਤੇ ਪਤਾ ਕਿਸੇ ਨੂੰ ਨਹੀਂ ਲੱਗ ਪਾਉਂਦਾ, ਫਿਰ ਇੱਕਦਮ ਵੀਡੀਓ ਵਾਇਰਲ ਹੁੰਦੀ ਹੈ, ਬਹੁਤ ਦੇਸ਼ਾਂ ਵਿਦੇਸ਼ਾਂ ਦੇ ਹਿਰਦੇ ਸਿੱਖਾਂ ਦੇ ਵਿਲੁੰਦਰੇ ਜਾਂਦੇ ਨੇ, ਫਿਰ ਉਹਨੂੰ ਢਾਹ ਦਿੱਤਾ ਜਾਂਦਾ। ਪਹਿਲਾ ਪ੍ਰਤੀਕਰਮ ਤੁਹਾਡਾ। ਗੱਲ ਇਹ ਹੈ ਕਿ ਇਹ ਜਿਹੜਾ ਮਾਡਲ ਹੈ, ਇਹ ਕਾਰਪੋਰੇਸ਼ਨ ਨੇ ਇਹ ਮਾਡਲ ਤਿਆਰ ਕੀਤਾ ਔਰ ਜਿਸ ਦਿਨ ਇਹਦਾ ਨੀਂਹ ਪੱਥਰ ਰੱਖਿਆ ਗਿਆ, ਸ਼੍ਰੀ ਹਰਦੀਪ ਪੁਰੀ ਜੀ ਨੀਂਹ ਪੱਥਰ ਰੱਖਣ ਆਉਂਦੇ ਨੇ, ਦਿੱਲੀ ਦੇ ਲੈਫਟੀਨੈਂਟ ਗਵਰਨਰ ਆਉਂਦੇ ਨੇ। ਸਿਰਸਾ ਸਾਹਿਬ ਜਿੱਦਾਂ ਇਹ ਸੜਕ ਹੈ, ਸੜਕ ਤੇ ਪਾਰ ਸਿਰਸਾ ਸਾਹਿਬ ਦਾ ਘਰ ਹੈ ਤੇ ਇਹ ਮਾਡਲ ਲੱਗ ਰਿਹਾ। ਉਹਨਾਂ ਦੇ ਘਰ ਦੇ ਸਾਹਮਣੇ ਲੱਗਦਾ ਪਿਆ ਪਾਰਕ ਦੇ ਵਿੱਚ, ਉਹਨਾਂ ਨੂੰ ਨਹੀਂ ਪਤਾ। ਉਹ ਕਾਰਪੋਰੇਟਰ ਨੇ, ਉਹ ਕਾਰਪੋਰੇਟਰ ਰਹੇ ਨੇ ਔਰ ਉਹਨਾਂ ਦੇ ਇਲਾਕੇ 'ਚ ਲੱਗਦਾ ਪਿਆ, ਉਹਨਾਂ ਨੂੰ ਨਹੀਂ ਪਤਾ ਲੱਗਾ। ਇਸੇ ਤਰੀਕੇ ਹਰਮੀਤ ਸਿੰਘ ਜਿਹੜੇ ਜਨਰਲ ਸਕੱਤਰ ਨੇ, ਉਹਨਾਂ ਦੀ ਵਾਈਫ ਕਮਿਊਨਿਟੀਜ਼ ਦੀ ਵਾਈਸ ਚੇਅਰਮੈਨ ਹੈ, ਜਿਹਦੇ ਅੰਡਰ ਇਹ ਸਾਰਾ ਕੁਝ ਹੋਇਆ। ਮੈਂ ਸਮਝਦਾ ਉਹਨਾਂ ਨੂੰ ਇੱਕ ਆਦਤ ਹੈ ਕਿ ਆਪਣੀ ਗੱਲ ਤੋਂ ਮੁੱਕਰਨ ਦੀ, ਆਪਣੀ ਜ਼ਿੰਮੇਵਾਰੀ ਦੂਜੇ ਤੇ ਪਾਉਣ ਦੀ। ਇਹ ਉਹਨਾਂ ਦੀ ਆਦਤ ਹੈ। ਮੈਂ ਉਸ ਗੱਲ ਤੇ ਨਹੀਂ ਜਾਂਦਾ ਕਿ ਤੁਸੀਂ ਦਿੱਲੀ ਦੇ ਪ੍ਰਧਾਨ ਹੋ, ਹੁਣ ਜ਼ਿੰਮੇਵਾਰੀ ਤੁਹਾਡੀ ਹੈ। ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਅੱਜ ਤੁਹਾਡੇ ਸਾਹਮਣੇ ਆਂਦੀ ਹੈ ਤੇ ਤੁਸੀਂ ਉਸ ਦਿਨ ਆ ਜਾਂਦੇ ਹੋ ਕਿ ਮੈਂ ਹੁਣ ਤੋੜ ਦਿਆਂਗਾ, ਫੋੜ ਦਿਆਂਗਾ। ਉਸ ਦਿਨ ਕਿਉਂ ਨਹੀਂ ਨੀਂਹ ਪੱਥਰ ਪੱਟਿਆ ਤੁਸੀਂ? ਨਹੀਂ, ਸਿਰਸਾ ਸਾਹਿਬ ਕਹਿੰਦਾ ਅਸੀਂ ਰੂਬਰੂ ਹੋਏ ਸੀ ਕਿ ਜਿਹੜਾ ਸਰਨਾ ਸਾਹਿਬ ਦਾ ਘਰ ਹੈ ਉਹ ਵੀ ਬਿਲਕੁਲ ਨੇੜੇ ਹੈਗਾ ਆ, ਲੇਕਿਨ ਕਹਿੰਦੇ ਸਾਰੇ ਇਕੱਠੇ ਹੋ ਕੇ ਕੇਵਲ ਮੈਨੂੰ ਟਾਰਗੇਟ ਕਰਦੇ ਨੇ। ਕਹਿੰਦੇ ਨੇ ਜਿਹੜਾ ਇਹ ਮੁੱਦਾ ਹੈ BJP ਦੇ ਖਿਲਾਫ ਕੋਈ ਵੀ ਨਹੀਂ ਬੋਲਦਾ। ਹਾਲਾਂਕਿ ਤੁਸੀਂ ਵੀ ਸ਼ਾਇਦ ਪਹਿਲਾਂ ਪ੍ਰਧਾਨ ਰਹੇ ਸੀ ਤੇ ਜਿਵੇਂ ਪਾਰਕਿੰਗ ਦਾ ਵੀ ਨੋ ਐਂਟਰੀ ਕਰ ਬੜੇ ਵੱਡੇ ਚਲਾਨ ਲਗਾਏ ਗਏ, ਉਸ ਵੇਲੇ ਤੁਸੀਂ ਪ੍ਰਧਾਨ ਸੀ, ਤੁਹਾਡੀ ਵੀ ਨੌਲੇਜ ਵੀ ਸੀਗਾ, ਤੁਹਾਡੇ ਵੱਲੋਂ ਵੀ ਕੋਈ ਢਿੱਲ ਮੁੱਠ ਹੋਈ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਸਿਰਸਾ ਸਾਹਿਬ ਔਰ ਸਰਨਾ ਸਾਹਿਬ ਇੱਕੋ ਲਾਈਨ 'ਚ ਰਹਿੰਦੇ ਨੇ, ਸਾਹਮਣੇ ਲੱਗਦਾ ਪਿਆ। ਸਰਨਾ ਸਾਹਿਬ ਕਿਉਂ ਨਹੀਂ ਬੋਲੇ? ਸਰਨਾ ਸਾਹਿਬ ਦਾ ਜਵਾਬ ਉਹਨਾਂ ਤੋਂ ਲਓ। ਸਿਰਸਾ ਸਾਹਿਬ ਤੇ ਮਾਲਕ ਸੀਗੇ ਕਾਰਪੋਰੇਸ਼ਨ ਦੇ,
ਇਹਨਾਂ ਦੀ ਤਾਂ ਨੱਕ ਥੱਲੇ ਹੋ ਰਿਹਾ ਸਾਰਾ ਕੁਝ। ਦੂਜੀ ਗੱਲ, ਤੁਸੀਂ ਹੁਣ ਚਾਂਦਨੀ ਚੌਕ ਦੀ ਗੱਲ ਕੀਤੀ ਹੈ। ਚਾਂਦਨੀ ਚੌਕ ਜਦੋਂ ਮੈਂ ਪ੍ਰਧਾਨ ਸੀ ਸਿਰਫ ਪਿਆਊ ਟੁੱਟਾ ਸੀਗਾ। ਸਿਰਸਾ ਸਾਹਿਬ ਐਮਐਲਏ ਰਹੇ, ਹਰਮੀਤ ਸਿੰਘ ਕਾਲਕਾ ਐਮਐਲਏ। ਸ਼ਾਹਜਹਾਨਾ ਪ੍ਰੋਜੈਕਟ ਜਿਹੜਾ ਬਣ ਰਿਹਾ ਚਾਂਦਨੀ ਚੌਕ ਨੂੰ ਸ਼ਾਹਜਹਾਨ ਨੇ ਦਿੱਲੀ ਬਣਾਈ ਸੀ, ਉਸੇ ਸ਼ੇਪ 'ਚ ਇਹਨੂੰ ਲੈ ਕੇ ਆਉਣਾ। ਇਹ ਪ੍ਰੋਜੈਕਟ ਵਿਧਾਨ ਸਭਾ 'ਚ ਪਾਸ ਹੋ ਰਿਹਾ ਜਿੱਥੇ ਉਹ ਐਮਐਲਏ ਨੇ, ਇਹਨਾਂ ਨੂੰ ਨਹੀਂ ਪਤਾ ਸੀਗਾ। ਫਿਰ ਮੈਨੂੰ ਤੇ ਅੱਜ ਉਤਰੇ ਨੂੰ ਪੌਣੇ 3 ਸਾਲ ਹੋ ਗਏ ਨੇ, ਤੁਸੀਂ 2.5 ਸਾਲ ਤੋਂ ਸੀਗੇ। ਇਹ ਤਾਂ ਕੰਸਟਰਕਸ਼ਨ ਹੁਣ ਹੋਈ ਨਾ ਤੁਹਾਡੇ ਵੇਲੇ। ਤੁਸੀਂ ਉਸ ਵੇਲੇ ਸੜਕ ਉਹਨਾਂ ਨੂੰ ਨਾ ਪੱਟਣ ਦਿੰਦੇ, ਤੁਸੀਂ ਕੇਬਲਾਂ ਨਾ ਪਾਣ ਦਿੰਦੇ, ਤੁਸੀਂ ਪੱਥਰ ਨਾ ਲੱਗਣ ਦਿੰਦੇ, ਆਪਣੀਆਂ ਅਣਗਹਿਲੀਆਂ ਨੂੰ ਛੁਪਾ ਰਹੇ ਨੇ। ਹੁਣ ਮੈਨੂੰ ਤੁਸੀਂ ਇਹ ਸਵਾਲ ਕੀਤਾ ਕਿ ਸਰਸਾ ਸਾਹਿਬ ਕਹਿੰਦੇ ਕਿ ਸਿਰਫ ਮੈਨੂੰ ਟਾਰਗੇਟ ਕਰਦੇ ਨੇ। ਮੈਨੂੰ ਦੱਸੋ, ਲੱਖੀ ਸ਼ਾਹ ਵੰਜਾਰਾ ਦੀਵਾਨ ਅਸਥਾਨ ਜਿਹੜਾ ਹੈਗਾ, ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿੱਥੇ ਧੜ ਦਾ ਸੰਸਕਾਰ ਹੋਇਆ ਸੀ ਉੱਥੇ ਹੈ। ਉੱਥੇ ਲੱਚਰ ਗਾਣੇ ਗਾਏ ਜਾਣ। ਪ੍ਰਧਾਨ ਹੁਣ ਸਿਰਸਾ ਸਾਹਿਬ, ਮੈਂ ਕੀ ਕਹਾਂ ਚਾਵਲਾ ਸਾਹਿਬ ਤੁਸੀਂ ਜਵਾਬ ਦਿਓ। ਮੈਂ ਤੁਹਾਨੂੰ ਆ ਕੇ ਪੁੱਛਾਂ, ਕਿਹਨੂੰ ਪੁੱਛਾਂਗਾ? ਪ੍ਰਧਾਨ ਨੂੰ ਪੁੱਛਾਂਗਾ। ਤੁਸੀਂ ਕਹਿੰਦੇ ਹੋ 2 ਕਰੋੜ ਅਮਿਤਾਭ ਬੱਚਨ ਤੋਂ ਲਿਆ, 2 ਕਰੋੜ ਤੁਸੀਂ ਕਿਉਂ ਲਿਆ? ਤੁਸੀਂ ਕਿਹਾ ਮੇਰੀ ਇੱਕ ਵਾਰੀ ਗੱਲ ਹੋਈ ਸੀ, ਮੈਂ ਤੁਹਾਡਾ ਟਵੀਟ ਕਰਦਾ ਕਿ ਰੋਜ਼ ਮੇਰੀ ਉਹਦੇ ਨਾਲ ਗੱਲ ਹੋ ਰਹੀ ਹੈ। ਤੁਸੀਂ ਝੂਠ ਤੇ ਝੂਠ ਬੋਲੀ ਜਾਂਦੇ ਹੋ। ਅਸੀਂ 12 ਕਰੋੜ ਹੋਰ ਅਮਿਤਾਭ ਬੱਚਨ ਦਾ ਕਰ ਲਿਆ, ਜਿਹੜਾ ਅਮਿਤਾਭ ਬੱਚਨ ਖੁਦ ਕਹਿੰਦਾ। ਤੁਸੀਂ ਇਹ 2 ਕਰੋੜ ਦੀ ਗੱਲ ਕੀ ਕਰਦੇ ਹੋ? 12 ਜਾਂ 14 ਕਰੋੜ ਰੁਪਇਆ ਤੇ ਮੈਂ ਬੰਗਲਾ ਸਾਹਿਬ ਜਿਹੜਾ ਲੱਗਿਆ ਸੈਂਟਰ, ਜਿਹਦੇ 'ਚ MRI ਦਾ ਤੇ ਉਹ ਲੱਗੀ ਹੈ ਮਸ਼ੀਨਾਂ ਦੂਜੀਆਂ ਸਿਟੀ ਸਕੈਨ, ਉਹ ਸਾਰਾ ਡਾਇਗਨੋਸਟਿਕ ਸੈਂਟਰ ਮੈਂ ਫਾਈਨਾਂਸ ਕੀਤਾ ਔਰ ਅੱਜ ਤੋਂ 8 ਮਹੀਨੇ ਪਹਿਲੇ ਫਾਈਨਾਂਸ ਕੀਤਾ। ਤੁਸੀਂ ਸੰਗਤਾਂ ਨੂੰ ਦੱਸਦੇ ਨਹੀਂ। ਇਹ ਕਿਹਨੂੰ ਪੁੱਛੀਏ ਜਾ ਕੇ ਅਸੀਂ? ਪ੍ਰਧਾਨ ਤੁਸੀਂ ਹੋ, ਮੈਨੂੰ ਇਹ ਦੱਸ ਦਿਓ ਨਾ, ਜਿਹੜਾ ਸੇਵਾਦਾਰ ਬਰਛਾ ਲੈ ਕੇ ਖੜਾ ਹੁੰਦਾ ਸੀ ਉਹਨਾਂ ਨੂੰ ਜਾ ਕੇ ਪੁੱਛ ਲਿਆ ਕਰਾਂਗੇ ਪ੍ਰਧਾਨ ਸਾਹਿਬ ਤੁਹਾਨੂੰ ਤਕਲੀਫ ਨਹੀਂ ਦਿਆਂਗੇ ਕਿਉਂਕਿ ਤੁਸੀਂ ਆਨਸਰੇਬਲ ਨਹੀਂ ਹੋ, ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ। ਗਲਤ ਕੰਮ ਤੁਸੀਂ ਕਰ ਲਓ ਉਹ ਪੁੱਛੀਏ ਅਸੀਂ ਕਿਸੇ ਹੋਰ ਨੂੰ ਜਾ ਕੇ। ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਸ਼੍ਰੀ ਦਰਬਾਰ ਸਾਹਿਬ ਦੇ ਮਾਡਲ ਤੇ ਉਹਨਾਂ ਨੂੰ ਜਾਣਕਾਰੀ ਸੀਗੀ, ਤੇ ਉਹਨਾਂ ਨੇ ਫਿਰ ਕਿਉਂ ਨਹੀਂ ਇਹਦੇ ਖਿਲਾਫ ਮਤਲਬ ਜਿਵੇਂ ਸਟੈਪ ਚੁੱਕਿਆ? ਤੁਹਾਨੂੰ ਕਾਰਨ ਕੀ ਲੱਗਦਾ? ਦੇਖੋ, ਕਾਰਨ ਇੱਕੋ ਹੀ ਹੈ ਕਿ ਬੀਜੇਪੀ ਦੇ ਤੁਸੀਂ ਵਿਧਾਇਕ ਗੱਲ 'ਚ ਪੱਟੇ ਪਾ ਕੇ ਬੀਜੇਪੀ ਦੀ ਇਲੈਕਸ਼ਨਾਂ ਤੁਸੀਂ ਲੜੀਆਂ ਤੇ ਬੀਜੇਪੀ ਨਾਲ ਸਾਨੂੰ ਜੋੜਦੇ ਪਏ ਹੋ। ਜਿਹਨੇ ਬੀਜੇਪੀ ਨਾ ਕਾਂਗਰਸ ਕਿਸੇ ਨੂੰ ਨਹੀਂ ਛੱਡਿਆ। 84 ਦਾ ਇਨਸਾਫ ਲੈਣਾ ਹੋਵੇ, ਆਪਣੇ ਮਸਲੇ ਹੱਲ ਕਰਾਣੇ ਹੋਣ, 84 ਦੀ ਯਾਦਗਾਰ ਬਣਾਉਣੀ ਹੋਵੇ, ਅਸੀਂ ਕਿਸੇ ਸਰਕਾਰ ਨੂੰ ਨਹੀਂ ਬਖਸ਼ਿਆ। ਤੁਸੀਂ ਸਟੇਜ ਤੇ ਖਲੋਤੇ ਹੋ, ਐਮਐਲਏ ਲੜਦੇ ਪਏ ਹੋ, ਬੀਜੇਪੀ ਦਾ ਪਟਾ ਪਾਇਆ। ਉਹ ਜਿਹੜੀ ਸਾਧਵੀ ਹੈਗੀ ਸੀ ਜਿਹਨੇ ਸਟੇਜ ਤੇ ਖਲੋ ਕੇ ਕਿਹਾ ਸੀ ਕਿ ਹਿੰदुस्तान में 2 किस्म के लोग रहते हैं, जो राम मंदिर के हक में हैं वो रामजादे हैं, जो उसके खिलाफ हैं वो हरामजादे हैं। और सिरसा जी ਤੁਸੀਂ ਪਿੱਛੇ ਤਾਰੀਆਂ ਮਾਰਦੇ ਪਏ ਹੋ, ਮੈਂ ਹੁਣੇ ਵੀਡੀਓ ਤੁਹਾਡੇ ਕੋਲ ਭੇਜ ਦਿੰਦਾ। ਬੀਜੇਪੀ ਦੇ ਨਾਲ ਅਸੀਂ ਹਾਂ, ਤੁਸੀਂ ਨਹੀਂ ਹੋ। ਤੁਸੀਂ ਅੱਜ ਵੀ ਪੈਨਸ਼ਨ ਲੈ ਰਹੇ ਹੋ। ਹਰਮੀਤ ਕਾਲਕਾ ਦੀ ਵਾਈਫ ਕਹਿੰਦੇ ਜੀ ਅਸੀਂ ਅਸਤੀਫਾ ਦੇਤਾ, ਤੋੜ ਵਿਛੋੜਾ ਗਿਆ, ਹੁਣ ਅਸੀਂ ਹਾਥੀ ਸਾਨੂੰ ਧੱਕਾ ਮਾਰਦਾ ਪਿਆ ਸਾਡੀ ਪੁਰਾਣੀ ਛਕੜਾ ਗੱਡੀ ਨੂੰ, ਸੁਖਬੀਰ ਬਾਦਲ ਦੀ ਨੂੰ। ਮੈਂ ਪੁੱਛਣਾ ਚਾਹੁੰਦਾ, ਹਰਮੀਤ ਸਿੰਘ ਕਾਲਕੇ ਦੀ ਵਾਈਫ ਅੱਜ ਵੀ ਸੱਤਾ ਪਕਸ਼ ਕਿਉਂ ਬੈਠਦੀ ਹੈ ਕਾਰਪੋਰੇਸ਼ਨ ਦੇ ਵਿੱਚ, ਆਪੋਜੀਸ਼ਨ 'ਚ ਕਿਉਂ ਨਹੀਂ ਬੈਠਦੀ? ਤੇ ਸਵਾਲ ਪ੍ਰਧਾਨਗੀ ਤੁਸੀਂ ਕਰੋ, ਮੌਜ ਤੁਸੀਂ ਕਰੋ, ਸਾਰਾ ਕੁਝ ਤੁਸੀਂ ਕਰੋ। ਸਵਾਲ ਅਸੀਂ ਸੇਵਾਦਾਰ ਨੂੰ ਪੁੱਛ ਲਿਆ ਕਰਾਂਗੇ ਜਿਹੜੇ ਬਾਹਰ ਬੱਚਾ ਲੈ ਕੇ ਖੜੇ ਨੇ। 21 ਮੈਂਬਰ ਲਿਖ ਕੇ ਦੇ ਰਹੇ ਨੇ, ਸਾਨੂੰ ਹਿਸਾਬ ਦਿਓ। ਕਿਉਂ ਨਹੀਂ ਦੇ ਰਹੇ? ਤੁਸੀਂ ਤੇ ਏਡੇ ਵੱਡੇ ਜਰਨਲਿਸਟ ਹੋ, ਮੈਨੂੰ ਇਹ ਦੱਸੋ ਕਾਰਨ ਕੀ ਲੱਗਦਾ ਤੁਹਾਨੂੰ? ਕਾਰਨ ਇੱਕੋ ਹੀ ਹੈ ਕਿ ਇਹ ਸਾਰਾ ਕੁਝ ਕਪਲਾ ਕਰਦੇ ਪਏ ਨੇ। ਸਭ ਤੋਂ ਵੱਡੀ ਗੱਲ, ਜਦੋਂ ਇਲੈਕਸ਼ਨ ਅਨਾਉਂਸ ਹੋ ਜਾਏ ਤੇ ਕੋਡ ਆਫ ਕੰਡਕਟ ਲੱਗ ਜਾਂਦਾ ਹੈ। ਪ੍ਰਧਾਨ ਕੋਲ ਕੋਈ ਰਾਈਟ ਨਹੀਂ ਹੁੰਦਾ ਪਾਲਿਸੀ ਮੈਟਰ ਦੇ। ਤੁਸੀਂ 400 ਬੈੱਡ ਦਾ ਬਣਾ ਰਹੇ ਹੋ, ਤੁਸੀਂ 50 ਬੈੱਡ ਦਾ ਬਣਾ ਰਹੇ ਹੋ, ਤੁਸੀਂ 100 ਬੈੱਡ ਦਾ ਬਣਾ ਰਹੇ ਹੋ, ਤੁਸੀਂ ਕਰੋੜਾਂ ਰੁਪਏ ਖਰਚਾ ਕਰਦੇ ਪਏ, ਕੋਈ ਪੁੱਛਣ ਵਾਲਾ ਨਹੀਂ। 21 ਮੈਂਬਰ ਆ ਕੇ ਤੁਹਾਡੇ ਤੋਂ ਹਿਸਾਬ ਮੰਗਦੇ ਨੇ, ਤੁਸੀਂ ਕਹਿੰਦੇ ਹੋ ਜੀ ਕਿ ਇਹ ਤਾਂ ਸਾਨੂੰ ਖਰਾਬ ਕਰਨ ਆਏ ਨੇ ਤੇ ਸਰਕਾਰ ਭੇਜਦੀ ਪਈ ਹੈ। ਭਾਈ ਸਰਕਾਰ ਦੀ ਗੋਦੀ 'ਚ ਤੁਸੀਂ ਬੈਠੇ ਰਹੇ ਹੋ ਏਡੇ ਸਾਲਾਂ ਤੋਂ। ਬਾਦਲ ਸਾਹਿਬ ਤੇ RSS ਦੇ ਚੀਫ ਦੇ ਮੱਥਾ ਟੇਕਦੇ ਰਹੇ ਨੇ। ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਜਵਾਬ ਤੁਸੀਂ ਨਾ ਦਿਓ, 328 ਸਰੂਪ ਗੁੰਮਜਾ ਨਾ ਦੇਣ, ਡੇਰਾ ਮਾਫੀ ਦੀ ਤੁਸੀਂ ਆਪ ਮੀਟਿੰਗਾਂ ਕਰਾਉਂਦੇ ਹੋ, MSG ਪਿਕਚਰ ਤੁਸੀਂ ਆਪ ਚਲਾਉਂਦੇ ਹੋ, ਬਾਦਲ ਸਾਹਿਬ ਤੇ ਸਿਰਸਾ ਸਾਹਿਬ। ਮੈਂ ਸਮਝਦਾ ਇਹ ਸਾਰੀ ਗੱਲਾਂ ਦੇ ਜਵਾਬ ਤੁਹਾਨੂੰ ਹੀ ਪੁੱਛੇ ਜਾਣਗੇ, ਕਿਸੇ ਹੋਰ ਨੂੰ ਨਹੀਂ ਪੁੱਛੇ ਜਾਣਗੇ। ਡਿਫਲੈਕਟ ਨਾ ਕਰੋ, ਜਵਾਬ ਦਿਓ। ਸੋ ਸੰਗਤ ਜੀ, ਧੰਨਵਾਦ ਕਰਦਾ ਜਿਨ੍ਹਾਂ ਨੇ ਖੁੱਲ੍ਹ ਕੇ ਜਵਾਬ ਦਿੱਤੇ ਆ। ਉਮੀਦ ਹੈ ਕਈ ਸਵਾਲਾਂ ਦੇ ਜਵਾਬ ਸਾਫ਼ ਹੋ ਗਏ ਹੋਣਗੇ, ਕਿਉਂਕਿ ਇਹ ਮਸਲੇ ਜਿਹੜੇ ਨੇ ਬਹੁਤ ਜ਼ਿਆਦਾ ਪੱਕੇ ਹੋਏ ਨੇ। ਧੰਨਵਾਦ ਕਰਦੇ ਹਾਂ GK ਸਾਹਿਬ ਦਾ ਜਿਨ੍ਹਾਂ ਨੇ ਖੁੱਲ੍ਹ ਕੇ ਸਾਨੂੰ ਸਮਾਂ ਦਿੱਤਾ। ਫਤਿਹ ਦੀ ਅੱਜ ਕਰਕੇ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।